औज़ुबिल्लाहि मिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतु लिल मुत्तकीन अस्सलातु वस्सलामु अला रसूलिहिल करीम। अस्सलामु अलैकुम दोस्तों ਅੱਜ ਜਿਹੜਾ ਟੌਪਿਕ ਮੈਂ ਚੁਣਿਆ ਮੈਂ ਉਹ ਹੈ ਕਿ ਅੱਜ ਕੱਲ੍ਹ 'ਚ ਸਾਡੇ ਬਜਟ ਆ ਰਿਹਾ। ਬਜਟ ਇਸ ਤਰ੍ਹਾਂ ਹੀ ਹੈ ਸਾਡੇ ਵਾਸਤੇ ਲੱਗਦਾ ਜਿਸ ਤਰ੍ਹਾਂ ਕਿਸੇ ਬੰਦੇ ਨੇ ਕੋਈ ਬਹੁਤ ਬੜਾ ਜੁਰਮ ਕੀਤਾ ਔਰ ਕੋਰਟ 'ਚ ਉਹਦਾ ਕੇਸ ਲੱਗਿਆ ਔਰ ਕੱਲ੍ਹ ਜਾਂ ਪਰਸੋਂ ਉਹਨੂੰ ਸਜ਼ਾ ਹੋਣੀ ਆ ਔਰ ਜਿਹੜੀ ਕੰਡੀਸ਼ਨ ਉਸ ਬੰਦੇ ਦੀ ਉਸ ਟਾਈਮ ਹੁੰਦੀ ਆ, ਇਹ ਹਾਲਤ, ਇਹ ਕੰਡੀਸ਼ਨ, ਇਹ ਸੂਰਤ ਹਾਲ ਪੂਰੀ ਪਾਕਿਸਤਾਨੀ ਕੌਮ ਦੀ ਹੋਈ ਹੈ। ਮੁਸੀਬਤ ਇਹ ਆ ਕਿ ਅਸੀਂ ਇੱਕ ਬਜਟ ਨੂੰ ਫੇਸ ਨਹੀਂ ਕਰਨਾ, ਅਸੀਂ ਬੇਬਹਾ ਬਜਟਾਂ ਨੂੰ ਫੇਸ ਕਰਨਾ। ਲੋਕਾਂ ਨੂੰ ਤਾਂ ਸ਼ਾਇਦ ਇੱਕ ਹੀ ਬਜਟ ਦਾ ਪਤਾ ਕਿ ਉਹ ਵਫਾਕੀ ਹੁਕੂਮਤ ਦਾ ਬਜਟ ਨਹੀਂ। ਵਫਾਕੀ ਹੁਕੂਮਤ ਦਾ ਬਜਟ ਲੈਦਾ ਹੋਣਾ ਜਿਹੜੇ ਕਿ ਸਾਨੂੰ ਮਾਸ਼ਾਅੱਲਾ ਇੱਜ਼ਤਮਾਬ ਜਨਾਬ IMF ਸਾਹਿਬ ਉਹਨੇ ਬਣਾ ਕੇ ਦੇਣਾ ਔਰ ਸਾਡੇ ਜਿਹੜੇ ਹੈ ਨੇ ਹੁਕਮਰਾਨ ਸਾਹਿਬ ਉਹਨਾਂ ਨੇ ਤੁੰਨ ਕੇ ਨਾਫਜ਼ ਕਰ ਦੇਣਾ। ਉਹ 'ਚ ਤੁਹਾਨੂੰ ਕੀ ਮਿਲਦਾ, ਤੁਹਾਨੂੰ ਕੀ ਨਹੀਂ ਮਿਲਦਾ, ਇਹ ਉਹਨਾਂ ਦਾ ਗਰਜ਼ ਨਹੀਂ ਹੈ, ਉਹਨਾਂ ਦਾ ਮਸਲਾ ਨਹੀਂ ਹੈ। ਉਹ ਲਕੀਰ ਦੇ ਫਕੀਰ ਨੇ ਜੋ ਉਹਨਾਂ ਨੂੰ ਬਣਿਆ ਬਣਾਇਆ ਮਿਲ ਗਿਆ ਉਹਨਾਂ ਵਿਚਾਰਿਆਂ ਬੋਝ ਛੱਡਣਾ। ਦੂਸਰੇ ਨੰਬਰ ਤੇ ਆ ਕਿ ਗੈਰਤਮੰਦ ਕੌਮਾਂ 'ਚ ਜ਼ਰੂਰਤ ਵੀ ਹੁੰਦੀ ਆ, ਜਿਹੜੀ ਕੌਮ ਜਾਂ ਜਿਹੜੇ ਲੋਕ ਕਿਸੇ ਦੇ ਮਕਰੂਜ਼ ਨਹੀਂ ਹੁੰਦੇ ਉਹਨਾਂ 'ਚ ਗੈਰਤ ਵੀ ਹੁੰਦੀ ਆ ਔਰ ਆਪਣੀ ਮਰਜ਼ੀ ਵੀ ਉਹ ਕਿਸੇ ਹੱਦ ਤੱਕ ਕਰ ਲੈਂਦੇ ਨੇ, ਬਲਕਿ ਸਾਰਾ ਕੁਝ ਆਪਣੀ ਮਰਜ਼ੀ ਨਾਲ ਕਰਦੇ ਨੇ। ਮੇਰੇ ਪਿਆਰੇ ਵਜ਼ੀਰ ਆਜ਼ਮ ਸਾਹਿਬ ਮੁਹਤਰਮ ਮੁਕਰਮ ਜਨਾਬ ਸ਼ਹਬਾਜ਼ ਸ਼ਰੀਫ ਸਪੀਡ ਸਾਹਿਬ, ਉਹਨਾਂ ਦਾ ਫਰਮਾਨ ਅਜ਼ੀਮ ਆ ਕਿ ਬੈਗਰਜ਼ ਹੈਵ ਨੋ ਚੋਇਸ। ਮੰਗਣ ਵਾਲੇ ਦਾ ਕੋਈ ਚੋਇਸ ਨਹੀਂ ਹੁੰਦਾ। ਉਹ ਜੇ ਅਗਲੇ ਦੇ ਘਰ 'ਚ ਕੋਈ ਦਾਣਾ ਹੋਏਗਾ ਦਾਣੇ ਦੇ ਦੇਗਾ, ਜੇ ਚੌਲ ਹੋਣਗੇ ਚੌਲ ਦੇ ਦੇਗਾ, ਆਟਾ ਹੋਏਗਾ ਆਟਾ ਦੇਗਾ, ਨਹੀਂ ਤੇ ਘਾਟਾ ਹੀ ਦੇ ਦੇਗਾ। ਔਰ ਸਾਡੇ ਇਹ ਜਿਹੜੇ ਹੁਕਮਰਾਨ ਨੇ ਇਹ ਨਾ ਆਟਾ ਨਾ ਚਾਵਲ ਨਾ ਕੋਈ ਚੀਜ਼, ਬਲਕਿ ਘਾਟਾ ਹੀ ਘਾਟਾ ਦਿੰਦੇ ਨੇ। ਦੂਸਰੇ ਨੰਬਰ ਤੇ ਬਜਟ ਆ ਜਾਂਦਾ ਸੂਬਾਈ ਹਕੂਮਤਾਂ ਦਾ। ਅੱਲਾ ਦੇ ਫਜ਼ਲ ਕਰਮ ਨਾਲ ਜੋ ਉੱਤੇ ਮਰਕਜ਼ ਵਾਲਿਆਂ ਕਰਨਾ, ਥੱਲੇ ਉਹੀ ਛੁਰੀ ਨਾ ਚਲਾ ਦੇਣੀ ਆ। ਉਸ ਤੋਂ ਥੱਲੇ ਆ ਜਾਓ, ਡਿਸਟ੍ਰਿਕਟ ਦਾ ਬਜਟ ਹੁੰਦਾ ਵਾ। ਡਿਸਟ੍ਰਿਕਟ ਨੇ ਟੈਕਸ ਲਗਾਉਣੇ ਹੁੰਦੇ ਨੇ ਲੋਕਾਂ ਦੇ ਉੱਤੇ, ਉਹ ਡਿਸਟ੍ਰਿਕਟ ਕੌਂਸਲਾਂ ਜਿਹੜੀਆਂ ਉਹ ਲਗਾਈ ਜਾਂਦੀਆਂ ਨੇ। ਅੱਗੇ ਆ ਜਾਂਦੀਆਂ ਸਿਟੀ ਦੀਆਂ ਕੌਂਸਲਾਂ ਜਿੰਨੀਆਂ ਨੇ ਉਹ ਆਪਣੇ ਆਪਣੇ ਟੈਕਸ ਲਗਾਈ ਜਾਂਦੀਆਂ ਨੇ। ਉਸ ਤੋਂ ਬਾਅਦ ਆ ਜਾਂਦੀਆਂ ਯੂਨੀਅਨ ਕੌਂਸਲਾਂ। ਯੂਨੀਅਨ ਕੌਂਸਲਾਂ ਦੇ ਜਿਹੜੇ ਚੇਅਰਮੈਨ ਤੇ ਨਹੀਂ ਹੈ ਸਟੇਟਰ ਨੇ, ਉਹ ਜਿਹੜਾ ਦਿਲ ਕਰਦੇ ਆ ਉਹ ਜਨਾਬ ਲੋਕਾਂ ਤੇ ਟੈਕਸ ਲਗਾ ਕੇ ਬੈਠ ਜਾਂਦੇ ਨੇ, ਜਿਨ੍ਹਾਂ 'ਚ ਸਰੇ ਫਰਿਸ਼ਤ ਪੈਦਾਇਸ਼ ਅਮਵਾਤ ਦੇ ਸਰਟੀਫਿਕੇਟ ਨੇ, ਸ਼ਾਦੀਆਂ ਵਿਆਹ ਦੇ ਨਿਕਾਹਨਾਮੇ ਨੇ, ਉਹਨਾਂ ਦੇ ਉੱਤੇ ਜਾਂ ਹੋਰ ਇਸ ਕਿਸਮ ਦੇ ਜਿਹੜੇ ਵੀ ਕੋਈ ਕਰਸਪੋਂਡੈਂਸ ਹੈ ਉਹਦੇ ਉੱਪਰ ਜਿਹੜੀਆਂ ਫੀਸਾਂ ਨੇ, ਥੋੜੀ ਜਿਹੀ 50 ਰੁਪਏ ਫੀਸ ਆ ਤਾਂ 2-2 ਹਜ਼ਾਰ ਰੁਪਇਆ ਠਿੰਪਰ ਲੈਂਦੇ ਨੇ। ਜੇ ਉਹ 200 ਰੁਪਇਆ ਫੀਸ ਆ ਤਾਂ 3000 ਰੁਪਇਆ ਠਿੰਪਰ ਲੈਂਦੇ ਨੇ। ਰੁੱਟ ਪਈ ਹੈ ਇਸ ਮੁਲਕ ਦੇ ਅੰਦਰ। ਪਤਾ ਨਹੀਂ ਇਸ ਮੁਲਕ ਦੇ ਵਿੱਚ ਕੀ ਬਣ ਜਾਏਗਾ ਔਰ ਕੀ ਬਣਨਾ ਔਰ ਕਦੋਂ ਬਣਨਾ ਅੱਲਾ ਹੀ ਜਾਣਦਾ। ਲੇਕਿਨ ਅਸੀਂ ਸਿਵਾਏ ਰੋਣ ਧੋਣ ਤੋਂ ਕੁਝ ਵੀ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਅਸੀਂ ਬੁਜ਼ਦਿਲ ਕੌਮ ਆ। ਦਲੇਰ ਕੌਮਾਂ ਕੀ ਕਰਦੀਆਂ ਨੇ? ਗੁਲਾਮੀ ਦੇ ਬੋਝ ਉਤਾਰ ਛੱਡਦੀਆਂ, ਗੁਲਾਮਾਂ ਦੀ ਤੌਕ ਉਤਾਰ ਦਿੰਦੀਆਂ ਨੇ, ਗੁਲਾਮਾਂ ਰਵਸ਼ ਖਤਮ ਕਰ ਦਿੰਦੀਆਂ, ਉਹ ਆਜ਼ਾਦੀ ਦੀ ਤਰਫ ਜਾਂਦੀਆਂ। ਲੇਕਿਨ ਸਾਡੀ ਕੌਮ ਇਹ ਆ ਕਿ ਅਮਰੀਕਾ ਦੇ ਅਜੇ ਤੌਕ ਲੱਥਾ ਨਹੀਂ ਤੇ ਸਾਡੇ ਜਨਾਬ ਮੁਹਤਰਮ ਮੁਕਰਮ ਮੁਅੱਜ਼ਮ ਜਨਾਬ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਮੋਦੀ ਸਾਹਿਬ ਨੂੰ ਖਤ ਲਿਖਿਆ ਕਿ ਤੁਸੀਂ ਜਨਾਬ ਤੁਹਾਡਾ ਆਉਣਾ ਸਾਡੇ ਵਾਸਤੇ ਬੜਾ ਬਾਇਸ ਬਰਕਤ ਹੈ ਔਰ ਤੁਹਾਡੇ ਆਉਣ ਨਾਲ ਸਾਡੇ ਸਾਰੇ 2 ਕਰੋੜ ਆਵਾਮ ਜਿਹੜੇ ਆ ਇਹ ਜਨਾਬ ਸ਼ੀਰੋ ਸ਼ਕਰ ਹੋ ਜਾਣਗੇ ਔਰ ਇਹ ਜਨਾਬ ਇੱਥੇ ਦੁੱਧ ਦੀਆਂ ਨਹਿਰਾਂ ਬਹਿ ਜਾਣਗੀਆਂ ਤੇ ਇੱਥੇ ਪਤਾ ਨਹੀਂ ਕਾਹਦੀ ਕਦੀ ਨਹਿਰਾਂ ਬਹਿ ਜਾਣਗੀਆਂ। ਖੁਦਾ ਦਾ ਖੌਫ ਇਹਨਾਂ ਲੋਕਾਂ ਨੂੰ ਨਹੀਂ ਹੈ। ਉਹ ਅਜ਼ਲੀ ਦੁਸ਼ਮਣ ਹੈ ਪਾਕਿਸਤਾਨ ਦਾ, ਅਜ਼ਲੀ ਦੁਸ਼ਮਣ ਹੈ ਪਾਕਿਸਤਾਨੀਆਂ ਦਾ। ਔਰ ਉਹ ਬੇਬਾਂਗੇ ਦਾਹਲ ਕਹਿੰਦਾ ਕਿ ਮੈਂ ਉਹਨਾਂ ਲੋਕਾਂ ਦੀ ਸਪੋਰਟ ਕੀਤੀ ਜਿਨ੍ਹਾਂ ਪਾਕਿਸਤਾਨ ਤੋੜਿਆ। ਉਹ ਬੇਬਾਂਗੇ ਦਾਹਲ ਕਹਿੰਦਾ ਜੋ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਹੁੰਦੀ ਹੈ ਉਹ ਮੈਂ ਕਰਵਾ ਰਿਹਾ। ਉਹ ਕਹਿੰਦਾ ਮੈਂ ਜਾ ਕੇ ਤੇ ਆਪਰੇਸ਼ਨ ਕੀਤੇ ਨੇ ਪਾਕਿਸਤਾਨ ਦੇ ਵਿੱਚ, ਜਿਹਦੇ ਬਹੁਤ ਸਾਰੇ ਲੋਕ ਮਾਰੇ ਨੇ। ਔਰ ਸਾਡੇ ਵਜ਼ੀਰ ਆਜ਼ਮ ਦਾ ਭਰਾ ਜਿਹੜਾ
ਉੱਠ ਕੇ ਕਹਿ ਰਿਹਾ ਕਿ ਮੇਰਾ ਤੇਰੇ ਬਗੈਰ ਨਹੀਂ ਗੁਜ਼ਾਰਾ ਬਈ, ਤੂੰ ਬਹੁਤ ਸਾਡਾ ਸਾ ਵੱਡਾ ਭਰਾ ਵੇ, ਤੂੰ ਜੋ ਕਹੇਂਗਾ ਉਵੇਂ ਕਰ ਲਾਂਗੇ। ਔਰ ਇਸ ਗੁਲਾਮਾਨਾ ਜ਼ਿਹਨੀਅਤ ਨੇ ਪਾਕਿਸਤਾਨ ਦਾ ਬੇੜਾ ਗਰਕ ਕਰਕੇ ਰੱਖ ਛੱਡਿਆ। ਕਿਉਂ ਅਸੀਂ ਗੁਲਾਮ ਆ? ਇਸ ਵਾਸਤੇ ਗੁਲਾਮ ਆ ਸਾਡੇ ਪੱਲੇ ਕੁਛ ਨਹੀਂ। ਸਾਡੇ ਪੱਲੇ ਕਿਉਂ ਕੁਛ ਨਹੀਂ ਗਾ? ਇਸ ਵਾਸਤੇ ਨਹੀਂ ਕਿ ਜਿੱਥੋਂ ਜਿੱਥੋਂ ਭੀਖ ਮੰਗ ਕੇ ਨਾ ਆਂਦੀ ਏ, ਉਹ ਲੁੱਟ ਪੁੱਟ ਕੇ ਕੋਈ ਅਮਰੀਕਾ ਲੈ ਗਿਆ, ਕੋਈ ਲੰਦਨ ਲੈ ਗਿਆ, ਕੋਈ ਬੈਲਜੀਅਮ ਲੈ ਗਿਆ, ਆਸਟ੍ਰੇਲੀਆ ਲੈ ਗਿਆ, ਦੁਬਈ ਲੈ ਗਿਆ, ਜਨੇਵਾ ਲੈ ਗਿਆ, ਫਲਾਣਾ ਲੈ ਗਿਆ, ਟਮਕਾਣਾ ਲੈ ਗਿਆ। ਈਵਨ ਇੱਥੋਂ ਤੱਕ ਕਿਹਾ ਜਾਂਦਾ ਕਿ ਇੰਡੀਆ 'ਚ ਵੀ ਇਹਨਾਂ ਲੋਕਾਂ ਦੀਆਂ ਪ੍ਰਾਪਰਟੀਆਂ ਮੌਜੂਦ ਨੇ। ਕੀ ਅਸੀਂ ਕਰਾਂਗੇ? ਇਹ ਸਾਡੇ ਉਰਦੂ 'ਚ ਕਹਿੰਦੇ ਨੇ ਮੀਜ਼ਾਨੀਆ, ਬਜਟ ਨੂੰ ਮੀਜ਼ਾਨੀਆ ਕਹਿੰਦੇ ਨੇ। ਮੀਜ਼ਾਨੀਆ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਅਗਲੇ ਸਾਲ ਵਿੱਚ ਇਮਕਾਨ ਕੀ ਨੇ, ਜਾਂ ਮਤਵੱਕੇ ਕੀ ਆ ਕਿ ਕੀ ਚੀਜ਼ਾਂ ਤੁਹਾਡੇ ਅਖਰਾਜਾਤ ਨੇ, ਔਰ ਕਿੰਨੇ ਤੁਹਾਡੀਆਂ ਆਮਦਨੀਆਂ ਨੇ। ਔਰ ਤੁਸੀਂ ਬਜਟ ਉਹ ਬਣਾਉਣਾ ਹੁੰਦਾ ਆਪਣੀ ਆਮਦਨੀ ਔਰ ਆਪਣੇ ਅਖਰਾਜਾਤ ਨੂੰ ਪਲੱਸ ਮਾਈਨਸ ਕਰਕੇ, ਕਿ ਤੁਸੀਂ ਸੇਵਿੰਗ ਕਰ ਸਕੋ, ਤੁਸੀਂ ਕੁਝ ਬਚਾ ਸਕੋ। ਲੇਕਿਨ ਸਾਡੇ ਕੀ ਆ? ਸਾਡੇ ਜਨਾਬ ਹਰ ਦਫਾ ਘਾਟੇ ਦਾ ਬਜਟ ਆਉਂਦਾ। ਹਰ ਮੁਲਕ ਦਾ 24 ਕਰੋੜ ਦਾ ਹਰ ਬੰਦਾ 2.5 ਲੱਖ ਰੁਪਏ ਦਾ ਮਕਰੂਜ਼ ਆ, ਜੰਮਦਾ ਹੀ ਮਕਰੂਜ਼ ਆ ਜਿਹੜਾ ਅੱਜ ਬੱਚਾ ਪੈਦਾ ਹੁੰਦਾ। ਲੇਕਿਨ ਉਹਦਾ ਕਰਜ਼ ਪੂਰਾ ਨਹੀਂ ਹੁੰਦਾ, ਉਹਦਾ ਕਰਜ਼ ਉਹਦੇ ਸਿਰ ਤੋਂ ਨਹੀਂ ਲੈਂਦਾ, ਆਏ ਦਿਨ ਵੱਧਦਾ ਜਾ ਰਿਹਾ। ਇਹਨਾਂ ਨੇ ਮਿਹਰਬਾਨੀਆਂ ਬੜੀਆਂ ਸਾਰੀਆਂ ਕੀਤੀਆਂ ਸਾਡੀਆਂ ਹਕੂਮਤਾਂ ਨੇ। ਇੱਕ ਤੇ ਡਾਲਰ ਦੀ ਕੀਮਤ ਬੜੀ ਵਧਾ ਦਿੱਤੀ, ਜਿਹਦੇ ਨਾਲ ਸਾਡੇ ਪੈਸੇ ਦੀ ਬੁੱਕਤ ਖਤਮ ਹੋ ਗਈ। ਸਾਡੇ ਤੋਂ ਇਹ ਕੱਲ੍ਹ ਦੀ ਗੱਲ ਹੈ, ਅਫਗਾਨਿਸਤਾਨ ਆਜ਼ਾਦ ਹੋਇਆ। ਔਰ ਅਫਗਾਨਿਸਤਾਨ 'ਚ ਮੈਨੂੰ ਬੜੀ ਅੱਛੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਛੋਟਾ ਜਿਹਾ ਹੁੰਦਾ ਸਾਂ, ਪਠਾਨ ਅਫਗਾਨਿਸਤਾਨ 'ਚ ਆਉਂਦੇ ਸੀ ਸਾਡੇ ਕੰਧਾਂ ਬਣਾਉਣ ਵਾਸਤੇ। ਇਹ ਦੀਵਾਰਾਂ ਖੜੀਆਂ ਕਰਦੇ ਮਿੱਟੀ ਦੇ ਨਾਲ, ਸਾਰਾ ਦਿਨ ਉਹਨਾਂ ਮਿਹਨਤ ਕਰਨੀ ਤੇ ਇਥੋਂ ਦਿਹਾੜੀ ਦੱਪਾ ਕਰਨਾ ਆਪਣਾ। ਰਾਤ ਨੂੰ ਉਹਨਾਂ ਮਸਜਿਦਾਂ 'ਚ ਸਟੇ ਕਰਨਾ ਔਰ ਉੱਥੇ ਲੋਕਾਂ ਕੋਲ ਮੰਗ ਕੇ ਰੋਟੀ ਖਾ ਲੈਣੀ। ਤੇ ਜਦੋਂ ਜਾਂਦੇ ਹੁੰਦੇ ਸੀ, ਜੇ ਫਰਜ਼ ਕਰੋ ਉਦੋਂ 100 ਰੁਪਇਆ ਸਾਡਾ ਜਿਹੜਾ ਉਹਦੀ ਬੋਰੀ ਭਰ ਕੇ ਅਫਗਾਨੀ ਮਿਲ ਜਾਂਦੇ ਸੀ। ਯਾਨੀ ਉਹਨਾਂ ਵਾਸਤੇ ਪਾਕਿਸਤਾਨ ਦੁਬਈ ਹੁੰਦਾ ਸੀ। ਹੁਣ ਕੀ ਹੈ? ਹੁਣ ਸਾਡੇ ਵਾਸਤੇ ਪਾਕਿਸਤਾਨ ਜਿਹੜਾ ਉਹ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਅਸੀਂ ਰੋਟੀ ਪੂਰੀ ਨਹੀਂ ਆਪਣੀ ਕਰ ਸਕਣ ਦੇ। ਲੇਕਿਨ ਸਾਡੇ ਤੋਂ ਬਾਅਦ ਜਿਹੜੇ ਆਜ਼ਾਦ ਹੋਏ ਨੇ, ਮੈਂ ਅਫਗਾਨਿਸਤਾਨ ਦੀ ਤੁਹਾਨੂੰ ਮਿਸਾਲ ਦੇ ਦਿੱਤੀ ਹੈ ਸਾਹਮਣੇ ਆ। ਬੰਗਲਾਦੇਸ਼ ਅੱਜ ਤੋਂ 50 ਸਾਲ ਪਹਿਲੇ ਨਿਕਲਿਆ। ਮੈਂ ਆਜ਼ਾਦ ਨਹੀਂ ਉਹਨੂੰ ਕਹਿੰਦਾ, ਉਹ ਸਾਡੀ ਬੇਵਕੂਫੀਆਂ, ਸਾਡੀਆਂ ਹਮਾਕਤਾਂ, ਸਾਡੀਆਂ ਗਲਤੀਆਂ, ਸਾਡੀਆਂ ਕੁਤਾਹੀਆਂ ਦੀ ਵਜ੍ਹਾ ਤੋਂ ਸਾਡਾ ਇੱਕ ਹਿੱਸਾ ਲੈਦਾ ਹੋ ਗਿਆ। ਅੱਜ ਉਹ ਸਾਡੇ ਨੂੰ ਕੋਈ 100 ਗੁਣਾ ਅੱਗੇ ਆ। ਇੰਡੀਆ ਜਿਹੜਾ ਅੱਜ ਤੋਂ 15-20 ਸਾਲ ਪਹਿਲੇ ਸਾਡੇ ਤੋਂ ਬਹੁਤ ਪਿੱਛੇ ਸੀ, ਇਹ ਸਾਡੇ ਮਹਾਰਾਣਿਆਂ ਦੀ ਵਜ੍ਹਾ ਤੋਂ, ਮਹਾ ਸਿਆਸਤਦਾਨਾਂ ਦੀ ਵਜ੍ਹਾ ਤੋਂ, ਮਹਾ ਹਕੂਮਤੀ ਅਦਾਰਿਆਂ ਦੀ ਵਜ੍ਹਾ ਤੋਂ ਮੁਲਕ ਦਾ ਬੇੜਾ ਗਰਕ ਕਰ ਲਿਆ ਆਪਣਾ ਦਾ। ਔਰ ਉਹ ਸਭ ਲੋਕ ਅੱਗੇ ਚਲੇ ਗਏ। ਕਿਉਂ? ਉਹ ਮੁਲਕ ਵਾਸਤੇ ਸੋਚਦੇ ਨੇ। ਇੰਡੀਆ ਦੇ ਕਿਸੇ ਵੀ ਹਕੂਮਤੀ ਰੁਕਨ ਦਾ ਜਾਂ ਇੰਡੀਆ ਦੇ ਕਿਸੇ ਵੀ ਸਰਬਰਾਹ ਦਾ ਕਿਸੇ ਵੀ ਗੈਰ ਮੁਲਕ ਦੇ ਅੰਦਰ ਕੋਈ ਅਸਾਸਾ ਨਹੀਂ ਹੈ। ਲੇਕਿਨ ਸਾਡੇ ਜਿੰਨੇ ਬਿਊਰੋਕਰੇਟ ਨੇ, ਇਹਨਾਂ 'ਚ ਮੈਜੋਰਿਟੀ ਚਲੋ 100% ਨਹੀਂ ਹੈ, ਲੇਕਿਨ ਬਹੁਤ ਸਾਰੇ ਜਿੰਨੇ ਬਿਊਰੋਕਰੇਟ ਨੇ, ਖਾ ਉਹ ਸਿਵਿਲੀਅਨ ਨੇ, ਉਹ ਮਿਲਟਰੀ ਦੇ ਨੇ, ਉਹ ਸਿਆਸਤਦਾਨ ਨੇ, ਉਹ ਹਕੂਮਤੀ ਮਤਲਬ ਕਰਿੰਦੇ ਨੇ, ਜਾਂ ਹਕੂਮਤੀ ਸਰਬਰਾਹ ਨੇ, ਜਾਂ ਉਸ ਤੋਂ ਵੱਡੇ ਵੱਡੇ ਤਾਜਰ ਨੇ, ਇੰਡਸਟਰੀਸਟ ਨੇ, ਸਾਰਿਆਂ ਦੇ ਦੁਬਈਆਂ 'ਚ, ਇੰਗਲੈਂਡ 'ਚ, ਫਲਾਂ ਜਗ੍ਹਾ, ਟਮਕਾਨ ਜਗ੍ਹਾ, ਸਾਰਿਆਂ ਦੀ ਦੌਲਤਾਂ ਨੇ ਔਰ ਸਾਰਿਆਂ ਦੇ ਉੱਥੇ ਅਸਾਸੇ ਨੇ, ਸਾਰਿਆਂ ਦੀਆਂ ਪ੍ਰਾਪਰਟੀਆਂ ਨੇ। ਲੇਕਿਨ ਨਹੀਂ ਹੈ ਤੇ ਕਿਹਦੀਆਂ ਨੇ? ਵਿਚਾਰੇ ਪਾਕਿਸਤਾਨ ਦੀਆਂ ਨਹੀਂ ਹੈ। ਉਹ ਜਿੱਥੇ ਤੱਕ ਪ੍ਰਾਪਰਟੀ ਪਾਕਿਸਤਾਨ ਦੀ ਸੀ, ਉਹ ਵੀ ਇਹਨਾਂ ਵੇਚਣ ਤੇ ਲਾਈ ਆ। ਉਹ ਕੋਈ ਡਰਦਾ ਲੈਣ ਹੀ ਨਹੀਂ ਦਿਆ ਇਹਨਾਂ ਕੋ ਕਿ ਪਤਾ ਨਹੀਂ ਕੱਲ ਨੂੰ ਮੁੱਕਰੀ ਜਾਣ, ਕਿਉਂਕਿ ਇਤਬਾਰ ਤੇ ਕਿਸੇ ਨੂੰ ਵੀ ਨਹੀਂ ਨਾ। ਸਾਨੂੰ ਨਹੀਂ ਇਤਬਾਰ ਇਸ ਹਕੂਮਤ ਦੇ ਉੱਪਰ, ਸਾਨੂੰ ਆਪਣੇ ਕਿਸੇ ਸਰਬਰਾਹ ਦੇ ਉੱਪਰ ਇਸ ਵਾਸਤੇ ਇਤਬਾਰ ਨਹੀਂ ਆ ਕਿ ਇਹਨਾਂ ਨੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਝੂਠ ਬੋਲਣਾ। ਕੌਮ ਨੂੰ ਕਦੀ ਸੱਚੀ ਗੱਲ ਇਹਨਾਂ ਨੇ ਦੱਸਣੀ, ਕੌਮ ਨੂੰ ਕਦੀ ਇਤਬਾਰ ਔਰ ਇਤਮਾਦ ਚ ਇਹਨਾਂ ਨੇ ਨਹੀਂ ਲੈਣਾ। ਤੇ ਅਸੀਂ ਇਹਨਾਂ ਤੇ ਇਤਬਾਰ ਕਿਸ ਤਰ੍ਹਾਂ ਕਰੀਏ? ਸਾਡੇ ਵਾਸਤੇ ਜਿਹੜਾ ਦਿਨ ਆਉਣਾ, ਇਹਨਾਂ ਨੇ ਇੱਕ ਨਵੀਂ ਮੁਸੀਬਤ ਲਿਆਉਣੀ ਆ। ਔਰ ਫਿਰ ਸਾਡੇ ਵਜ਼ੀਰ ਆਜ਼ਮ ਸਾਹਿਬ ਦੀ ਮਾਸ਼ਾਅੱਲਾ ਵਕਤ ਇਹ ਆ ਕਿ ਸ਼ਾਮ ਨੂੰ ਐਲਾਨ ਕਰਦੇ ਨੇ ਕਿ ਮੈਂ 15 ਰੁਪਏ ਤੇਲ ਘਟਾ ਰਿਹਾ। ਔਰ IMF ਨੇ ਕਿਹਾ ਤੂੰ ਕੌਣ 15 ਰੁਪਏ ਘਟਾਉਣ ਵਾਲਾ, ਤੂੰ 4.25 ਰੁਪਏ ਘਟਾ, ਔਰ ਉਹੀ ਘਟਿਆ ਜੇ। ਯਾਨੀ ਇਹ ਇੰਨੀ ਜ਼ਰੂਰਤ ਨਹੀਂ ਕਰ ਸਕਦੇ, ਇੰਨੀ ਅਥਾਰਟੀ ਨਹੀਂ ਰੱਖਦੇ ਕਿ ਆਪਣੀ ਮਰਜ਼ੀ ਨਾਲ ਕੋਈ ਰੋਟੀ ਖਾ ਸਕਣ। ਲੇਕਿਨ ਇਸ ਮੁਲਕ ਦੇ ਪਾਕਿਸਤਾਨ ਦੀਆਂ ਗਲਾ ਘੁੱਟਣ 'ਚ ਬੜੇ ਸ਼ੇਰ ਨੇ। ਉੱਥੇ ਕਿਸੇ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ, ਉੱਥੇ ਹਰ ਇੱਕ ਦਾ ਗਲਾ ਕੱਟੀ ਜਾਂਦੇ ਆ ਤੇ ਘੁੱਟੀ ਜਾਂਦੇ ਨੇ। ਦੋਸਤੋ, ਅਸੀਂ ਗੱਲਾਂ ਹੀ ਕਰ ਸਕਦੇ ਹਾਂ, ਹੋਰ ਅਸੀਂ ਕਰ ਕੀ ਸਕਦੇ ਹਾਂ? ਜਿਸ ਕੌਮ ਦੇ ਵਿੱਚ ਇਤਫਾਕ ਨਾ ਹੋਵੇ, ਜਿਸ ਕੌਮ 'ਚ ਇਤਿਹਾਦ ਨਾ ਹੋਵੇ, ਜਿਸ ਕੌਮ 'ਚ ਇਮਾਨਦਾਰੀ ਨਾ ਹੋਵੇ, ਜਿਸ ਕੌਮ 'ਚ ਅਦਲ ਨਾ ਹੋਵੇ, ਜਿਸ ਕੌਮ ਦੇ ਅੰਦਰ ਕੋਈ ਰੂਲ ਆਫ ਲਾ ਨਾ ਹੋਵੇ, ਉੱਥੇ ਇਹੀ ਕੁਝ ਹੁੰਦਾ ਜੋ ਇੱਥੇ ਹੋ ਰਿਹਾ। ਕਿਉਂਕਿ ਇਹ ਪਾਕਿਸਤਾਨ 'ਚ ਇਸ ਤਰ੍ਹਾਂ ਹੀ ਬਿਲਕੁਲ ਸਮਝੋ ਜਿਸ ਤਰ੍ਹਾਂ ਅਫਰੀਕਾ ਦੇ ਜੰਗਲਾਂ ਦਾ ਜੰਗਲੀ ਕਾਨੂੰਨ ਹੈ, ਜਿੱਥੇ ਹਮੇਸ਼ਾ ਤਗੜਾ ਜਿਹਦੇ ਹੱਥ 'ਚ ਡੰਡਾ ਜੋ ਮਰਜ਼ੀ ਕਰ ਜਾਣ, ਨੂੰ ਪੁੱਛਣ ਵਾਲਾ ਨਹੀਂ।
ਲੇਕਿਨ ਮਾੜੇ ਲੋਕ ਜਿਹੜੇ ਨੇ ਉਹ ਵਿਚਾਰੇ ਰੋਟੀ ਨੂੰ ਤਰਸਦੇ ਨੇ। ਉਹ ਲੱਭਦੇ ਫਿਰਦੇ ਨੇ ਕਿ ਸਾਨੂੰ ਮੁਆਸ਼ ਮਿਲੇ, ਸਾਨੂੰ ਰੋਜ਼ਗਾਰ ਮਿਲੇ। ਉਹ ਧੱਕੇ ਖਾਂਦੇ ਫਿਰਦੇ। ਸਾਡਾ ਜਿੰਨਾ ਇੰਟੈਲੈਕਚੁਅਲਿਟੀ ਆ, ਇੰਟੈਲੈਕਚੁਅਲ ਜਿੰਨੇ ਸਾਡੇ ਲੋਕ ਨੇ, ਉਹ ਹੌਲੀ ਹੌਲੀ ਸਾਰੇ ਬਾਹਰ ਨਿਕਲਦੇ ਜਾ ਰਹੇ ਨੇ। ਔਰ ਸਾਡੇ ਇੱਕ ਕੇਅਰ ਟੇਕਰ ਸਾਹ ਫਰਮਾਨ ਲੱਗੇ, ਕੋਈ ਗੱਲ ਨਹੀਂ, ਸਾਰੀ ਦੁਨੀਆ ਚ ਜਿਹੜੇ ਇੰਟੈਲੈਕਚੁਅਲ ਲੋਕ ਨੇ ਜਾਂਦੇ ਹੁੰਦੇ ਨੇ ਬਾਹਰ। ਇਹ ਸਾਡੇ ਸਰਬਰਾਹਾਂ ਦੀ ਮੈਂਟੈਲਿਟੀ ਇਹ ਆ ਕਿ ਜਾਂਦੇ ਆ ਤੇ ਜਾਣ, ਸਾਨੂੰ ਕੀ ਫਰਕ ਆ, ਸਾਨੂੰ ਪੈਸੇ ਆਉਣਗੇ। ਯਾਨੀ ਉਹਨਾਂ ਨੂੰ ਆਪਣੇ ਲੋਕਾਂ ਦੀ ਦਿਲਚਸਪੀ ਨਹੀਂ ਹੈ, ਉਹਨੂੰ ਸਿਰਫ ਆਪਣੇ ਪੈਸੇ ਨਾਲ ਦਿਲਚਸਪੀ ਆ ਕਿ ਸਾਨੂੰ ਪੈਸੇ ਕਿੱਧਰੋਂ ਮਿਲਣਗੇ। ਜਦੋਂ ਸਰਬਰਾਹਾਂ ਦੀ ਇਹੀ ਨੀਅਤ ਹੋਵੇ, ਇਹ ਖਾਹਿਸ਼ ਹੋਵੇ ਔਰ ਇਹ ਉਹਨਾਂ ਦਾ ਮੋਟਿਵ ਹੋਵੇ, ਤੇ ਫਿਰ ਤੁਸੀਂ ਉਹਨਾਂ ਤੋਂ ਕੀ ਉਮੀਦ ਰੱਖੋਗੇ? ਉਹੀ ਉਮੀਦ ਰੱਖੋਗੇ ਜੋ ਉਮੀਦ ਸਾਨੂੰ ਹੈ ਵੇ ਇਹਨਾਂ ਤੋਂ। ਇਹਦੇ ਨਾਲ ਹੀ ਮੈਂ ਅੱਜ ਦੀ ਗੱਲ ਖਤਮ ਕਰਨਾ। ਥੈਂਕ ਯੂ ਵੈਰੀ ਮਚ। ਅਸਲਾਮ ਅਲੈਕੁਮ। ਅੱਲਾ ਹਾਫਿਜ਼।